ਹਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਿਮਾਨੀ ਇੱਕ ਮੁਲਾਕਾਤ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਅੱਜ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਜੁੜ ਚੁੱਕੀ ਹੈ ਜਿਸ ਨੇ ਐਜ਼ ਅ ਬਿਜ਼ਨਸ ਵੂਮਨ ਜਲੰਧਰ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੈ। ਹਰ ਵਾਰ ਤਾਂ ਜੋ ਵੀ ਇੱਥੇ ਆਉਂਦਾ ਮੈਂ ਖੁਦ ਇੰਟਰੋਡਿਊਸ ਕਰਦੀ ਹਾਂ ਉਹਦਾ, ਤੇ ਪਰ ਇਸ ਵਾਰ ਮੈਂ ਚਾਹੁੰਦੀ ਹਾਂ ਕਿ ਉਹ ਆਪਣਾ ਇੰਟਰੋਡਕਸ਼ਨ ਖੁਦ ਹੀ ਦੇਣ। ਹੈਲੋ ਮੈਮ। ਸਭ ਤੋਂ ਪਹਿਲਾਂ ਤਾਂ ਮੈਂ ਹਜਸ ਟੀਵੀ ਦਾ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦੀ ਹਾਂ ਔਰ ਸਾਰੇ ਦਰਸ਼ਕਾਂ ਦਾ ਕਿ ਉਹਨਾਂ ਨੇ ਮੈਨੂੰ ਇੱਥੇ ਬੋਲਣ ਦਾ, ਆਪਣੇ ਵਿਚਾਰ ਸ਼ੇਅਰ ਕਰਨ ਦਾ ਮੌਕਾ ਦਿੱਤਾ। ਔਰ ਆਪਣੇ ਬਾਰੇ ਦੱਸ ਦਿੰਨੀ ਹਾਂ, ਮੇਰਾ ਨਾਮ ਸੁਖਜਿੰਦਰ ਹੈ ਔਰ ਮੈਂ ਬੇਸਿਕਲੀ ਜਲੰਧਰ ਤੋਂ ਹੀ ਬਿਲੋਂਗ ਕਰਦੀ ਹਾਂ ਔਰ ਮੈਂ ਬਾਈ ਪ੍ਰੋਫੈਸ਼ਨ ਜੀਪੀਐਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਕੰਪਨੀ ਜੋ ਕਿ ਜਲੰਧਰ ਤੋਂ ਹੀ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਹੈ ਔਰ ਮੈਂ ਪਿਛਲੇ 5 ਸਾਲ ਤੋਂ ਹੀ ਕੰਪਨੀ ਦੇ ਨਾਲ ਹਾਂ। ਐਜ਼ ਅ ਇੰਡੀਪੈਂਡੈਂਟ ਡਿਸਟ੍ਰੀਬਿਊਟਰ ਮੈਂ ਵਰਕਿੰਗ ਕਰ ਰਹੀ ਹਾਂ ਜੀ। ਬਹੁਤ ਵਧੀਆ ਗੱਲ ਹੈ ਕਿ ਐਜ਼ ਅ ਵੂਮਨ ਮਤਲਬ ਤੁਸੀਂ ਇੱਕ ਲੇਡੀ ਹੋ ਕੇ ਮਤਲਬ 5 ਸਾਲ ਤੋਂ ਕੰਟੀਨਿਊ ਕਰ ਰਹੇ ਹੋ ਕੰਮ। ਤੇ ਮੈਮ ਇੱਕ ਹੋਰ ਗੱਲ ਮੈਂ ਪੁੱਛਣਾ ਚਾਹੂੰਗੀ ਕਿ ਜਿੱਥੇ ਤੁਸੀਂ ਕੰਮ ਕਰ ਜਿਵੇਂ ਕਿ ਤੁਸੀਂ ਦੱਸਿਆ ਕਿ ਜੀਪੀਐਨ ਸਰਵਿਸਿਜ਼ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਤੇ ਕੀ ਉੱਥੇ ਤੁਹਾਡੇ ਵਾਂਗੂ ਹੋਰ ਵੀ ਲੇਡੀਜ਼ ਕੰਮ ਕਰਦੇ ਆ? ਬਿਲਕੁਲ ਮੈਮ, ਮੇਰੇ ਨਾਲ ਮੇਰੀ ਹੀ ਟੀਮ ਦੇ ਵਿੱਚ ਬਹੁਤ ਸਾਰੀ ਲੇਡੀਜ਼ ਨੇ, ਈਵਨ ਕਿ 90% ਲੇਡੀਜ਼ ਹੀ ਹੈ ਜੋ ਮੇਰੇ ਨਾਲ ਕੰਮ ਕਰ ਰਹੇ ਨੇ ਔਰ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਨੇ। ਅੱਛਾ, ਮਤਲਬ ਤੁਸੀਂ ਕਹਿਣਾ ਚਾਹੁੰਦੇ ਕਿ ਮਤਲਬ ਤੁਹਾਡੇ ਅੰਡਰ ਕੰਮ ਕਰ ਰਹੇ ਨੇ? ਬਿਲਕੁਲ ਮੈਮ। ਤੇ ਮੈਮ ਉਹਨਾਂ ਦਾ ਫਿਰ ਫੀਡਬੈਕ ਕੀ ਆ, ਮਤਲਬ ਕਿ ਕਿਹੋ ਜਿਹਾ ਲੱਗ ਰਿਹਾ ਉਹਨਾਂ ਨੂੰ ਇੱਕ ਲੇਡੀ ਦੇ ਅੰਡਰ ਹੀ ਕੰਮ ਕਰਕੇ? ਮੈਮ ਸਾਡੀ ਇੰਡਸਟਰੀ ਦੇ ਵਿੱਚ ਡਾਇਰੈਕਟ ਸੇਲਿੰਗ ਦੇ ਵਿੱਚ ਮੈਂ ਹਾਂ ਔਰ ਇਹਦੇ ਵਿੱਚ ਬਹੁਤ ਹੀ ਸਾਰੇ ਸਾਨੂੰ ਫੈਸਿਲਿਟੀਜ਼ ਮਿਲਦੀਆਂ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਕੰਮ ਨੂੰ ਕਰ ਸਕਦੇ ਹਾਂ। ਔਰ ਲੇਡੀਜ਼ ਨੂੰ ਮੋਸਟਲੀ ਦਿੱਕਤ ਇਹੀ ਆਉਂਦੀ ਹੈ ਕਿ ਉਹ ਆਪਣੀ ਫੈਮਿਲੀ ਨੂੰ ਦੇਖਦੇ ਹੋਏ, ਆਪਣੇ ਬੱਚਿਆਂ ਨੂੰ ਦੇਖਦੇ ਹੋਏ ਇੱਕ ਐਜ਼ ਅ ਵਰਕਿੰਗ ਬਾਹਰ ਅਗਰ ਜਾਂਦੇ ਨੇ ਕੰਮ ਕਰਨ ਲਈ ਤਾਂ ਉਹਨੂੰ ਟਾਈਮ ਮੈਨੇਜਮੈਂਟ 'ਚ ਬੜੀ ਦਿੱਕਤ ਆਉਂਦੀ ਹੈ। ਹਾਂ, ਇੱਕ ਲੇਡੀ ਲਈ ਟਾਈਮ ਮੈਨੇਜਮੈਂਟ ਬਹੁਤ ਔਖਾ। ਬਿਲਕੁਲ। ਔਰ ਸਾਡੇ ਕੰਮ ਦੇ ਵਿੱਚ ਜਦੋਂ ਆਉਂਦੇ ਨੇ, ਮੇਰੇ ਨਾਲ ਕੰਮ ਕਰਦੇ ਨੇ, ਤਾਂ ਉਹਨਾਂ ਨੂੰ ਟਾਈਮ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਨਾਲ ਇੱਥੇ ਮਿਲ ਜਾਂਦਾ ਕਿਉਂਕਿ ਸਾਡੇ ਕੰਮ 'ਚ ਟਾਈਮ ਦੀ ਕੋਈ ਫਿਕਸ ਟਾਈਮਿੰਗ ਨਹੀਂ ਹੈ। ਉਹ ਆਪਣੇ ਅਕੋਰਡਿੰਗ ਟਾਈਮ ਦੇ ਸਕਦੇ ਆ। ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਫੈਮਿਲੀ ਨੂੰ ਟਾਈਮ ਦੇਣਾ, ਬੱਚਿਆਂ ਨੂੰ ਟਾਈਮ ਦੇਣਾ ਔਰ ਉਹਦੇ ਵਿੱਚੋਂ ਟਾਈਮ ਨੂੰ ਮੈਨੇਜ ਕਰਕੇ ਉਹ ਸਾਡੇ ਕੰਮ ਨੂੰ ਦਿੰਦੇ ਨੇ ਔਰ ਇਹ ਚੀਜ਼ ਉਹਨਾਂ ਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ। ਉਹ ਜਿਹਦੇ ਨਾਲ ਬਹੁਤ ਕੰਫਰਟੇਬਲ ਫੀਲ ਕਰਦੇ ਨੇ ਔਰ ਗਰੋ ਵੀ ਕਰ ਰਹੇ ਨੇ ਅੱਗੇ। ਮੈਮ ਤੁਹਾਡੇ ਹਿਸਾਬ ਨਾਲ ਇੱਕ ਬਿਜ਼ਨਸ ਜ਼ਿਆਦਾ ਵਧੀਆ ਹੈ, ਮਤਲਬ ਇੱਕ ਲੇਡੀ ਦੇ ਲਈ ਬਿਜ਼ਨਸ ਜ਼ਿਆਦਾ ਸਹੀ ਰਹਿੰਦਾ ਹੈ ਕਿ ਜੌਬ? ਮੈਮ ਆਪਣੀ ਜਗ੍ਹਾ ਤੇ ਵੈਸੇ ਤਾਂ ਦੋਨੋਂ ਹੀ ਚੀਜ਼ਾਂ ਬੈਟਰ ਆ। ਜਿਹਦੇ ਵਿੱਚ ਅਸੀਂ ਕੰਫਰਟੇਬਲ ਫੀਲ ਕਰੀਏ ਜਾਂ ਜਿਸ ਚੀਜ਼ ਦੇ ਵਿੱਚ ਅਸੀਂ ਇੰਟਰਸਟਡ ਆ ਉਹ ਚੀਜ਼ ਨੂੰ ਅਸੀਂ ਕਰ ਸਕਦੇ ਹਾਂ। ਬਟ ਮੈਂ ਮੰਨਦੀ ਹਾਂ ਕਿ ਡਾਇਰੈਕਟ ਸੇਲਿੰਗ ਦੇ ਵਿੱਚ ਟਾਈਮ, ਜੋ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਟਾਈਮ ਦੀ ਕੋਈ ਬਾਉਂਡੇਸ਼ਨ ਨਹੀਂ ਹੈਗੀ। ਅਸੀਂ ਆਪਣੇ ਅਕੋਰਡਿੰਗ ਟਾਈਮ ਦਿੰਨੇ ਆ ਔਰ ਜਿੰਨਾ ਸਮਾਂ ਸਾਡੇ ਕੋਲ ਹੁੰਦਾ ਆ ਓਨਾ ਹੀ ਸਮਾਂ ਅਸੀਂ ਇਸ ਬਿਜ਼ਨਸ ਨੂੰ ਦੇ ਸਕਦੇ ਹਾਂ ਔਰ ਇਹਦੇ ਵਿੱਚ ਕੋਈ ਐਦਾਂ ਦੀ ਕੋਈ ਸਾਡੇ ਸਿਰ ਤੇ ਬੌਸ ਨਹੀਂ ਹੈ ਕਿ ਕਿਸੇ ਨੇ ਸਾਨੂੰ ਕਿਸੇ ਚੀਜ਼ ਤੇ ਟੋਕਣਾ ਆ। ਅਸੀਂ ਆਪਣੇ ਅਕੋਰਡਿੰਗ, ਜਿਵੇਂ ਮੈਂ ਦੱਸਿਆ, ਮੈਂ ਇੰਡੀਪੈਂਡੈਂਟ ਡਿਸਟ੍ਰੀਬਿਊਟਰ, ਮਤਲਬ ਕਿ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਾਂ। ਸੇਮ ਮੇਰੀ ਤਰ੍ਹਾਂ ਜੋ ਮੇਰੇ ਨਾਲ ਲੇਡੀਜ਼ ਕੰਮ ਕਰ ਰਹੇ ਨੇ ਉਹ ਵੀ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਔਰ ਬਹੁਤ ਅੱਛਾ ਲੱਗਦਾ ਆ ਉਹਨਾਂ ਨੂੰ ਕੰਮ ਕਰਕੇ। ਚਲੋ ਮੈਮ, ਇੱਕ ਹੋਰ ਗੱਲ ਦੱਸੋ ਕਿ ਜਿਹੜੀ ਇਹ ਤੁਸੀਂ ਕੰਮ ਕਰਦੇ ਆ ਜੀਪੀਐਨ ਸਰਵਿਸਿਜ਼ ਦੇ ਵਿੱਚ ਡਾਇਰੈਕਟ ਸੇਲਿੰਗ ਕਰਦੇ ਹੋ ਤੁਸੀਂ, ਤੇ ਡਾਇਰੈਕਟ ਸੇਲਿੰਗ ਹੈ ਕੀ? ਬਿਲਕੁਲ ਮੈਮ, ਬਹੁਤ ਵਧੀਆ ਚੀਜ਼ ਤੁਸੀਂ ਪੁੱਛੀ ਹੈ। ਡਾਇਰੈਕਟ ਸੇਲਿੰਗ ਦਾ ਮਤਲਬ ਹੈ ਇੱਕ ਮਾਰਕੀਟਿੰਗ ਹੁੰਦੀ ਹੈ। ਹਾਂਜੀ। ਕਿੰਨੇ ਹੀ ਸਾਲਾਂ ਤੋਂ ਇੱਕ ਟ੍ਰੈਡੀਸ਼ਨਲ ਮਾਰਕੀਟਿੰਗ ਚੱਲਦੀ ਆ ਰਹੀ ਹੈ ਕਿ ਅਸੀਂ ਘਰ ਦੇ ਵਿੱਚ ਕੋਈ ਵੀ ਚੀਜ਼ ਬਾਏ ਕਰਦੇ ਹਾਂ ਤਾਂ ਅਸੀਂ ਇੱਕ ਸ਼ਾਪ ਤੋਂ ਜਾ ਕੇ, ਇੱਕ ਸ਼ੋਰੂਮ ਤੋਂ ਜਾ ਕੇ ਅਸੀਂ ਬਾਏ ਕਰਕੇ ਲੈ ਕੇ ਆਉਂਦੇ ਹਾਂ। ਉਹ ਇੱਕ ਟ੍ਰੈਡੀਸ਼ਨਲ ਮਾਰਕੀਟਿੰਗ ਹੈ। ਡਾਇਰੈਕਟ ਸੇਲਿੰਗ ਕੀ ਹੁੰਦੀ ਹੈ ਕਿ ਡਾਇਰੈਕਟ ਕਸਟਮਰ ਟੂ ਕੰਪਨੀ, ਦੋਨਾਂ ਚੀਜ਼ਾਂ ਦਾ ਇੱਕ ਕਨੈਕਸ਼ਨ ਹੁੰਦਾ ਕਸਟਮਰ ਦਾ ਕੰਪਨੀ ਦੇ ਨਾਲ। ਵਿੱਚ ਜੋ ਮਿਡਲਮੈਨ ਹੁੰਦੇ ਨੇ ਜਾਂ ਕਹਿ ਸਕਦੇ ਹਾਂ ਕਿ ਹੋਲਸੇਲਰ ਹੁੰਦੇ ਨੇ, ਉਹਨਾਂ ਨੂੰ ਕੱਟ ਕਰਕੇ ਕਸਟਮਰ ਨੂੰ ਕੰਪਨੀ ਦੇ ਨਾਲ ਅਟੈਚ ਕਰ ਦਿੱਤਾ ਜਾਂਦਾ, ਜਿਹਨੂੰ ਅਸੀਂ ਡਾਇਰੈਕਟ ਸੇਲਿੰਗ ਬੋਲਦੇ ਆ। ਜਿਹਦੇ ਬਿਟਵੀਨ ਕੀ ਹੁੰਦਾ ਹੈ ਕਿ ਜੋ ਪ੍ਰੋਫਿਟ ਇੱਕ ਹੋਲਸੇਲਰ ਨੂੰ, ਇੱਕ ਰਿਟੇਲਰ ਨੂੰ ਹੁੰਦਾ ਆ, ਉਹ ਪ੍ਰੋਫਿਟ ਕੰਪਨੀ ਜਿਹੜੀ ਹੈ ਇੱਕ ਡਿਸਟ੍ਰੀਬਿਊਟਰ ਨੂੰ ਦਿੰਦੀ ਹੈ, ਜੋ ਕਿ ਡਿਸਟ੍ਰੀਬਿਊਟਰ ਕੰਪਨੀ ਦੇ ਨਾਲ ਕੰਮ ਕਰਦੇ ਨੇ। ਉਸ ਚੀਜ਼ ਨੂੰ ਅਸੀਂ ਡਾਇਰੈਕਟ ਸੇਲਿੰਗ ਬੋਲਦੇ ਆ ਔਰ ਇਸ ਕੰਮ ਦੇ ਵਿੱਚ ਹਰ ਇੱਕ ਪਰਸਨ ਆ ਸਕਦਾ ਆ, ਹਰ ਬੰਦਾ ਇਹਨੂੰ ਕਰ ਸਕਦਾ ਆ ਔਰ ਕੁਝ ਵੀ ਮੈਟਰ ਨਹੀਂ ਕਰਦਾ ਕਿ ਉਹ ਲੇਡੀਜ਼ ਆ, ਜੈਂਟਸ ਆ, ਉਹਦੀ ਕੁਆਲੀਫਿਕੇਸ਼ਨ ਕੀ ਆ, ਉਹਦੀ ਬੈਕਗ੍ਰਾਉਂਡ ਕੀ ਆ। ਮਤਲਬ ਕਿ ਹਰ ਇੱਕ ਪਰਸਨ ਦਾ ਇਸ ਇੰਡਸਟਰੀ ਦੇ ਵਿੱਚ ਵੈਲਕਮ ਹੁੰਦਾ ਆ। ਔਰ ਸਭ ਤੋਂ ਵਧੀਆ ਇੱਥੇ ਕੀ ਚੀਜ਼ ਹੈ ਕਿ ਇੱਥੇ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੁੰਦਾ। ਜਦੋਂ ਵੀ ਇੱਕ ਨਵਾਂ ਪਰਸਨ ਆਉਂਦਾ ਆ ਉਹਨਾਂ ਨੂੰ ਸਿਖਾਇਆ ਜਾਂਦਾ ਕੰਮ ਨੂੰ ਕਿਵੇਂ ਕਰਨਾ, ਤੇ ਉਹਨਾਂ ਤੋਂ ਵੀ ਕੁਝ ਸਿੱਖਣ ਨੂੰ ਮਿਲਦਾ। ਇਦਾਂ ਹੁੰਦਾ? ਹਾਂਜੀ, ਬਿਲਕੁਲ। ਜਿਵੇਂ ਕਿ ਮੈਮ ਤੁਸੀਂ ਹੁਣੇ ਦੱਸਿਆ ਸੀ ਲਾਸਟ ਕੁਐਸਚਨ ਦੇ ਵਿੱਚ ਕਿ ਤੁਹਾਡੇ ਨਾਲ 90% ਮਤਲਬ ਜਿਹੜੀਆਂ ਲੇਡੀਜ਼ ਹੀ ਕੰਮ ਕਰਦੀਆਂ ਹਨ, ਤੇ ਉਹਨਾਂ ਲਈ ਸੁਟੇਬਲ ਮਤਲਬ ਕਿਉਂ ਸੁਟੇਬਲ ਆ?
ਉਹ ਮੈਮ ਇਸ ਤਰ੍ਹਾਂ ਹੁੰਦਾ ਕਿ ਜੋ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਾਰਾ ਕੁਝ ਦੇਖਣਾ ਪੈਂਦਾ, ਫੈਮਿਲੀ, ਬੱਚੇ ਔਰ ਘਰ ਦਾ ਵੀ, ਔਰ ਲੇਡੀਜ਼ ਨੂੰ ਬਹੁਤ ਘੱਟ ਮੌਕੇ ਮਿਲਦੇ ਨੇ ਅੱਗੇ ਵਧਣ ਦੇ। ਔਰ ਉਹਨਾਂ ਵਾਸਤੇ ਸਾਡਾ ਕੰਮ ਸੁਟੇਬਲ ਇਸ ਤਰੀਕੇ ਨਾਲ ਹੁੰਦਾ ਕਿ ਉਹ ਆਪਣੇ ਟਾਈਮ ਆਪਣੇ ਹਿਸਾਬ ਨਾਲ ਮੈਨੇਜ ਕਰ ਸਕਦੇ ਆ। ਇਹਦੇ ਵਿੱਚ ਕੋਈ ਬਾਉਂਡੇਸ਼ਨ ਨਹੀਂ ਹੈ ਕਿ ਤੁਸੀਂ ਮਾਰਨਿੰਗ 9 to 5 ਹੀ ਡਿਊਟੀ ਦੇਣੀ ਹੈ। ਜਦੋਂ ਵੀ ਤੁਹਾਨੂੰ ਸੁਟੇਬਲ ਲੱਗਦਾ, ਮਾਰਨਿੰਗ ਦਾ ਟਾਈਮ, ਦੁਪਹਿਰ ਦਾ ਟਾਈਮ, ਈਵਨਿੰਗ ਦਾ ਟਾਈਮ, ਤਾਂ ਉਹ ਮੈਨੇਜ ਕਰ ਲੈਂਦੇ ਨੇ। ਇਸ ਕਰਕੇ ਲੇਡੀਜ਼ ਨੂੰ ਜ਼ਿਆਦਾ ਅੱਛਾ ਔਰ ਕੰਫਰਟੇਬਲ ਲੱਗਦਾ ਹੈ। ਮੈਮ ਇਹ ਟੋਟਲ ਕਿੰਨੇ ਘੰਟੇ ਮਤਲਬ ਦੇਣੇ ਪੈਂਦੇ ਇਹਨਾਂ ਨੂੰ, ਕਿੰਨੇ ਆਵਰਸ ਦੀ ਜੌਬ ਇੱਕ ਤਰੀਕੇ ਨਾਲ ਮੰਨ ਸਕਦੇ ਇਹਨੂੰ ਅਸੀਂ? ਮੈਮ ਬਿਲਕੁਲ ਸਹੀ ਗੱਲ ਆ, ਤੁਸੀਂ ਪੁੱਛ ਰਹੇ ਹੋ ਕਿ ਟਾਈਮ ਕਿੰਨਾ ਦੇਣਾ ਪੈਂਦਾ। ਔਰ ਕੋਈ ਵੀ ਕੰਮ ਅਸੀਂ ਕਰਦੇ ਆ ਨਾ ਤਾਂ ਉਹਦੇ ਵਿੱਚ ਜਿੰਨਾ ਸਮਾਂ ਦੇਵਾਂਗੇ ਉਨਾ ਹੀ ਅਸੀਂ ਰਿਜ਼ਲਟ ਲੈ ਸਕਦੇ ਆ। ਮਤਲਬ ਜਿੱਦਾਂ ਪੰਜਾਬੀ ਚ ਕਹਿੰਦੇ ਜਿੰਨਾ ਗੁੜ ਪਾਵਾਂਗੇ ਉਨਾ ਮਿੱਠਾ ਹੋਵੇਗਾ। ਤਾਂ ਟਾਈਮ ਅਸੀਂ ਦੇਣਾ ਆਪਣੇ ਅਕੋਰਡਿੰਗ ਆ, ਬਟ ਇਹ ਅਸੀਂ ਡਿਸਾਈਡ ਕਰਨਾ ਕਿ ਅਸੀਂ ਕਿੰਨਾ ਟਾਈਮ ਕੰਮ ਨੂੰ ਦੇ ਸਕਦੇ ਆ। ਜਦੋਂ ਵੀ ਇੱਕ ਨਵਾਂ ਪਰਸਨ ਸਟਾਰਟਿੰਗ ਕਰਦਾ ਤਾਂ ਨੋ ਡਾਊਟ ਉਹ ਜ਼ਿਆਦਾ ਸਮਾਂ ਨਹੀਂ ਦੇ ਪਾਉਂਦਾ ਕਿਉਂਕਿ ਉਹਨੂੰ ਕੰਮ ਦੇ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ, ਪਰ ਜਿੱਦਾਂ ਉਹ ਕੰਮ ਨੂੰ ਸਮਝਦਾ ਆ ਉਦਾਂ ਟਾਈਮ ਨੂੰ ਐਡਜਸਟ ਕਰਦਾ ਆ, ਔਰ ਜਿੰਨਾ ਜ਼ਿਆਦਾ ਸਮਾਂ ਦੇਗਾ ਉਨੇ ਜ਼ਿਆਦਾ ਰਿਜ਼ਲਟ ਆਉਣਗੇ। ਔਰ ਬਟ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹਦੇ ਵਿੱਚ ਕੋਈ ਐਦਾਂ ਦਾ ਲਾਸ ਨਹੀਂ ਹੈ ਕਿ ਅਗਰ ਅਸੀਂ ਸਮਾਂ ਘੱਟ ਦੇਵਾਂਗੇ ਤਾਂ ਸਾਡਾ ਕੋਈ ਨੁਕਸਾਨ ਹੈ। ਇਹ ਆ ਕਿ ਸਾਨੂੰ ਰਿਜ਼ਲਟ ਥੋੜਾ ਘੱਟ ਆ ਜਾਏਗਾ ਜਾਂ ਇਨਕਮ ਥੋੜੀ ਘੱਟ ਹੋ ਜਾਏਗੀ। ਜਿੰਨਾ ਜ਼ਿਆਦਾ ਸਮਾਂ ਵਧਾਈ ਜਾਵਾਂਗੇ ਉਨੀ ਇਨਕਮ ਸਾਡੀ ਵੱਧ ਸਕਦੀ ਹੈ। ਮੈਮ ਦੇਖੇ ਜਿੱਦਾਂ ਕਿ ਸਾਰੇ ਲੇਡੀਜ਼ ਜੈਂਟਸ ਕਾ ਕਹਿੰਦੇ ਕਿ ਇੱਕ ਬਰਾਬਰ ਆ, ਸਾਰਿਆਂ ਲਈ ਇੱਕ ਬਰਾਬਰ ਆ, ਬਟ ਐਜ਼ ਅ ਵੂਮਨ ਤੁਹਾਡਾ ਸਫ਼ਰ ਇੱਥੇ ਤੱਕ ਦਾ ਕਿੱਦਾਂ ਦਾ ਰਿਹਾ? ਐਜ਼ ਅ ਵੂਮਨ ਮੈਮ ਬਹੁਤ ਅੱਛਾ ਸਫ਼ਰ ਰਿਹਾ ਮੇਰਾ। ਕੁਝ ਛੋਟੀਆਂ-ਮੋਟੀਆਂ ਪ੍ਰੋਬਲਮਸ ਆਈਆਂ ਜੋ ਕਿ ਹਰ ਜਗ੍ਹਾ ਤੇ ਜਿੱਥੇ ਵੀ ਅਸੀਂ ਕੰਮ ਕਰਾਂਗੇ, ਨੋ ਡਾਊਟ ਡਾਇਰੈਕਟ ਸੈਲਿੰਗ ਦੇ ਵਿੱਚ ਨਹੀਂ, ਅਲੱਗ ਪ੍ਰੋਫੈਸ਼ਨ ਦੇ ਵਿੱਚ ਜਾਂ ਸਾਨੂੰ ਆਮ ਲਾਈਫ ਦੇ ਵਿੱਚ ਵੀ ਪਰੇਸ਼ਾਨੀਆਂ ਆਉਂਦੀਆਂ। ਪਰੇਸ਼ਾਨੀਆਂ ਨੂੰ ਦੇਖ ਕੇ ਅਸੀਂ ਕਦੀ ਵੀ ਪਿੱਛੇ ਨਹੀਂ ਮੁੜ ਸਕਦੇ। ਅਗਰ ਅਸੀਂ ਇੱਕ ਵਾਰੀ ਡਿਸਾਈਡ ਕਰ ਲਿਆ ਕਿ ਅਸੀਂ ਇਸ ਕੰਮ ਨੂੰ ਕਰਨਾ ਆ, ਆਪਣੇ ਆਪ ਦੇ ਨਾਲ ਇੱਕ ਡਿਸੀਜਨ ਲੈ ਲਿਆ ਕਿ ਮੈਂ ਉਸ ਟਾਰਗੇਟ ਤੇ ਪਹੁੰਚਣਾ ਆ, ਤਾਂ ਫਿਰ ਕਿਤੇ ਨਾ ਕਿਤੇ ਪਰੇਸ਼ਾਨੀਆਂ ਸਾਨੂੰ ਓਨੀਆਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਨਹੀਂ ਕਰਦੀਆਂ। ਬਟ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਅਸੀਂ ਮਾਰਕੀਟ 'ਚ ਨਿਕਲਦੇ ਆ, ਘਰੋਂ ਨਿਕਲੇ ਆ, ਜੈਂਟਸ ਦੇ ਨਾਲ ਵੀ ਉੱਠਣਾ ਬੈਠਣਾ, ਗੱਲਬਾਤ ਕਰਨੀ ਔਰ ਅਲੱਗ-ਅਲੱਗ ਜਗ੍ਹਾ ਤੇ ਜਾਣਾ, ਟਰੈਵਲ ਕਰਨਾ, ਉਹਨਾਂ ਚੀਜ਼ਾਂ 'ਚ ਕੁਝ ਪ੍ਰੋਬਲਮਸ ਜ਼ਰੂਰ ਆਉਂਦੀਆਂ, ਬਟ ਉਹਨਾਂ ਪ੍ਰੋਬਲਮਸ ਨੂੰ ਫੇਸ ਕਰਦੇ ਹੋਏ ਆਪਾਂ ਅੱਗੇ ਵਧਦੇ ਹਾਂ ਕਿਉਂਕਿ ਸਾਨੂੰ ਸਾਡਾ ਟਾਰਗੇਟ ਕਲੀਅਰ ਹੁੰਦਾ, ਸਾਡਾ ਗੋਲ ਕਲੀਅਰ ਹੁੰਦਾ। ਮੈਮ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਇੱਕ ਬਿਜ਼ਨਸ ਵੂਮਨ ਵੀ ਉਹਦੇ ਨਾਲ ਉਸ ਦੇ ਨਾਲ ਇੱਕ ਮੈਰਿਡ ਲਾਈਫ ਵੀ ਸਪੈਂਡ ਕਰ ਰਹੇ ਹੋ, ਮਤਲਬ ਤੇ ਉਹ ਤੁਹਾਡੇ ਲਈ ਆਪਣੇ ਫੈਮਿਲੀ ਨੂੰ ਤੇ ਇੱਕ ਬਿਜ਼ਨਸ ਨੂੰ ਦੋਨਾਂ ਨੂੰ ਇਕੱਠੇ ਮੈਨੇਜ ਮਤਲਬ ਕਿੱਦਾਂ ਕਰਦੇ ਹੋ ਤੁਸੀਂ ਮੈਨੇਜ ਉਹਨਾਂ ਨੂੰ? ਬਿਲਕੁਲ ਮੈਮ, ਮੈਨੇਜ ਸਟਾਰਟਿੰਗ ਦੇ ਵਿੱਚ ਤਾਂ ਲੱਗਾ ਸੀਗਾ ਕਿ ਕਿਵੇਂ ਹੋ ਸਕਦਾ, ਕਿੱਦਾਂ ਹੋਏਗਾ, ਬਟ ਹੌਲੀ ਹੌਲੀ ਮੇਰਾ ਵੈਸੇ ਇੱਕ ਬੇਟਾ ਹੈ 4 ਸਾਲ ਦਾ, ਛੋਟਾ ਬੇਟਾ ਹੈ, ਔਰ ਫੈਮਿਲੀ ਨੂੰ ਵੀ ਮੈਂ ਦੇਖ ਰਹੀ ਹਾਂ ਔਰ ਫੈਮਿਲੀ ਦੇ ਵਿੱਚ ਵੀ ਸਾਰੇ ਸਪੋਰਟ ਕਰਦੇ ਨੇ ਮੈਨੂੰ ਕੰਮ ਕਰਨ ਦੇ ਵਿੱਚ। ਮੈਨੇਜ ਟਾਈਮ ਨੂੰ ਇਸ ਤਰੀਕੇ ਨਾਲ ਕਰਨਾ ਹੁੰਦਾ ਕਿ ਸਾਡੇ ਕੋਲ ਦਿਨ ਦੇ ਵਿੱਚ ਹੁਣ ਦੇਖੋ 24 ਘੰਟੇ ਆ, ਹਰ ਪਰਸਨ ਦੇ ਕੋਲ ਉਨਾ ਹੀ ਟਾਈਮ ਹੈ, ਔਰ ਅਸੀਂ ਆਪਣੇ ਟਾਈਮ ਨੂੰ ਮਾਰਨਿੰਗ ਜਲਦੀ ਉੱਠ ਸਕਦੇ ਹਾਂ। ਅਗਰ ਕੁਝ ਕੰਮ ਜ਼ਿਆਦਾ ਕਰਨੇ ਆ, ਫੈਮਿਲੀ ਨੂੰ ਵੀ ਦੇਖਣਾ ਆ, ਤਾਂ ਜਲਦੀ ਉੱਠ ਕੇ ਅਸੀਂ ਉਹਨਾਂ ਕੰਮ ਨੂੰ ਖਤਮ ਕਰਕੇ ਫਿਰ ਆਪਣਾ ਸਾਰਾ ਦਿਨ ਬਿਜ਼ਨਸ ਨੂੰ ਦੇ ਸਕਦੇ ਹਾਂ। ਸੋ ਮੈਨੇਜ ਹੋ ਜਾਂਦਾ ਮੈਮ, ਕਿਉਂਕਿ ਜਦੋਂ ਕਿਸੇ ਕੰਮ ਦੇ ਵਿੱਚ ਸਾਨੂੰ ਗਰੋਥ ਨਜ਼ਰ ਆ ਰਹੀ ਹੁੰਦੀ ਆ ਤਾਂ ਆਪਣੇ ਆਪ ਸਾਡਾ ਫੋਕਸ ਹੋ ਜਾਂਦਾ ਕਿ ਇਸ ਕੰਮ ਨੂੰ ਕਰਨਾ ਆ। ਸਭ ਤੋਂ ਪਹਿਲਾਂ ਆਪਣਾ ਮਾਈਂਡ ਇੱਕ ਫੋਕਸ ਕਰਨਾ ਹੁੰਦਾ ਕਿ ਮੈਂ ਕਰਨਾ ਆ। ਜਦੋਂ ਸਾਡਾ ਮਾਈਂਡ ਸੈਟ ਹੋ ਗਿਆ ਤਾਂ ਫਿਰ ਉਹ ਟਾਈਮ ਆਪਣੇ ਆਪ ਮੈਨੇਜ ਹੋ ਜਾਂਦਾ। ਫੋਰ ਐਗਜ਼ਾਮਪਲ ਕਿ ਡੇਲੀ ਅਸੀਂ ਘਰ ਦੇ ਵਿੱਚ ਜਦੋਂ ਹੁੰਨੇ ਆ ਨਾ ਤਾਂ ਸਾਡੇ ਉਹੀ ਕੰਮ ਬਹੁਤ ਲੇਟ ਹੋ ਜਾਂਦੇ ਆ, ਲੇਕਿਨ ਜਦੋਂ ਅਸੀਂ ਅਚਾਨਕ ਕਿਤੇ ਜਾਣਾ ਹੁੰਦਾ ਤਾਂ ਉਹੀ ਸਾਰੇ ਕੰਮ ਅਸੀਂ ਬੜੀ ਜਲਦੀ ਤਰੀਕੇ ਨਾਲ ਮੈਨੇਜ ਕਰਕੇ ਉਦੋਂ ਤਾਂ ਮੈਂ ਚਾਹ ਹੁੰਦਾ ਕਿ ਜਲਦੀ ਕਰ ਲਈਏ ਤੇ ਜਲਦੀ ਨਿਕਲ ਜਾਈਏ। ਉਹ ਮਤਲਬ ਸਾਡਾ ਮਾਈਂਡ ਸੈਟ ਹੁੰਦਾ ਕਿ ਅਸੀਂ ਕਿਤੇ ਜਾਣਾ ਆ। ਔਰ ਇਹੀ ਅਗਰ ਮੈਂ ਸੰਡੇ ਦਾ ਦਿਨ ਦੇਖਾਂ ਤਾਂ ਸੰਡੇ ਦਾ ਦਿਨ ਉਹੀ ਕੰਮ ਸੇਮ ਹੁੰਦਾ ਆ, ਬਟ ਉਹੀ ਸਾਰਾ ਦਿਨ ਕੰਮ ਕਰਦੇ ਲੇਜ਼ੀਨੈਸ ਆ ਜਾਂਦੀ ਕਿ ਅੱਜ ਤਾਂ ਕੰਮ ਕਰਨਾ ਨਹੀਂ ਹੈਗਾ। ਬਿਲਕੁਲ, ਉਹ ਸਾਡਾ ਮਾਈਂਡ ਸਾਡੇ ਕੋਲ ਹਾਂਜੀ।